ਰਿਵਰਸ ਔਨ ਫਾਇਰ ਹੈ ਵੀ ਦਰਿਆਵਾਂ ਦੇ ਪਾਣੀਆਂ ਨੂੰ ਅੱਗ ਕਿਵੇਂ ਲੱਗਦੀ। ਖਾਲਿਸਤਾਨ ਜਿਹੜਾ ਲਫ਼ਜ਼ ਹੈ ਇਹ ਹੁਣ ਪਰਮਾਨੈਂਟਲੀ ਪੰਜਾਬ ਦੀ ਸਿਆਸਤ ਦਾ ਹਿੱਸਾ ਬਣ ਗਿਆ। ਪੂਰੀ ਡਿਟੇਲ ਉਸ ਜੜ ਦੀ ਔਰ ਡਾਕੂਮੈਂਟਡ ਹੈ, ਤੇ ਉਹਦੇ 'ਚ ਮੈਂ ਪਾਕਿਸਤਾਨ ਦੇ ਵਿੱਚ ਜੋ ਕੁਛ ਛਪਿਆ ਉਹ ਵੀ ਨਾਲ ਕੋਟ ਕੀਤਾ। ਮੈਂ ਇਸ ਸੰਘਰਸ਼ ਦੇ ਸ਼ੁਰੂ ਹੋਣ ਦਾ ਤੇ ਰਾਈਜ਼ ਕਰਨ ਦਾ ਚਸ਼ਮਦੀਦ ਗਵਾਹ ਉਸ ਦੌਰ ਬਾਰੇ ਇਹਦੇ 'ਚ ਇਹੋ ਜਿਹੇ ਐਸਪੈਕਟ ਦੱਸੋ ਜਿਹੜੇ ਇਹਦੇ 'ਚ ਉਗੜਵੇਂ ਨੇ, ਜਿਹੜੇ ਵੱਖਰੇ ਨੇ, ਜਿਹੜੇ ਪਹਿਲਾਂ ਨਸ਼ਰ ਨਹੀਂ ਹੋਏ, ਜ਼ਾਹਰ ਸਾਹਮਣੇ ਹੈ। ਇਹ ਇੱਕੋ ਸੰਘਰਸ਼ ਹੈ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ 40,000 ਤੋਂ ਉੱਪਰ ਲੋਕਾਂ ਦੀਆਂ ਜਾਨਾਂ ਗਈਆਂ। ਸੰਘਰਸ਼ ਨੇ ਇੱਕ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ, ਇੱਕ ਚੀਫ ਮਿਨਿਸਟਰ ਬੇਅੰਤ ਸਿੰਘ, ਇੱਕ ਫਾਰਮਰ ਆਰਮੀ ਚੀਫ ਜਨਰਲ AS ਵੈਦਿਆ, 4 ਜਾਨਾਂ ਉਹ ਲਈਆਂ। ਰਵਿੰਦਰ ਜਟਾਣਾ ਉਹਦਾ ਇੱਕ ਪਾਰਟ ਹੈ। ਇਸ ਕਿਤਾਬ ਨੂੰ ਪਬਲਿਸ਼ ਕਰਨ ਦਾ ਕਿਸ ਤਰ੍ਹਾਂ ਵਿਚਾਰ ਆਇਆ, ਕਿਵੇਂ ਕਨਫਰੰਟ ਹੋਈ ਤੁਹਾਡੀ? ਇਹਦੇ ਵਿੱਚ ਕੁਝ ਇਹੋ ਜਿਹੇ ਰਿਸਰਚ ਡਾਕੂਮੈਂਟ ਸੀਗੇ ਜਿਹੜੇ ਸਾਨੂੰ ਲੱਗਦਾ ਸੀ ਵੀ ਲੋਕਾਂ ਤੱਕ ਪਹੁੰਚਣੇ ਚਾਹੀਦੇ ਆ, ਕਿਉਂਕਿ ਜਿੱਦਾਂ ਆਪ ਵੀ ਉਹਨਾਂ ਨੇ ਦੱਸਿਆ ਵੀ ਉਸ ਪੀਰੀਅਡ ਨੂੰ ਇਹਨਾਂ ਨੇ ਇਨਕਾਊਂਟਰ ਕੀਤਾ। ਇਹਦਾ ਮੈਨੂੰ ਐਸ ਵੀ ਇਹਦਾ ਕੋਈ ਕਨਕਲੂਜਨ, ਕੋਈ ਸਬਕ ਵੀ ਹੈਗੇ ਤੁਸੀਂ ਸੁਜੈਸਟ ਕੀਤੇ ਇਹਦੇ 'ਚ? ਉਹ ਸਾਰੇ ਉਸਦੇ ਉਹ ਨੈਰੇਟਿਵ ਮੇਨ ਸਟ੍ਰੀਮ ਦਾ ਪਾਰਟ ਦੁਬਾਰਾ ਫਿਰ ਬਣਦਾ ਜਾ ਰਿਹਾ। ਹਰ ਦੂਜੇ ਦਿਨ ਇਹ ਖਾਲਿਸਤਾਨ ਜਿਹੜਾ ਲਫ਼ਜ਼ ਹੈ ਇੱਕ ਤਾਂ ਅਖਬਾਰਾਂ ਛਪ ਜਾਂਦਾ। ਜਿਹੜੀ ਉਮਰ ਦੇ ਲੋਕਾਂ ਨੇ ਉਹ ਦੌਰ ਨਹੀਂ ਦੇਖਿਆ ਉਹਨਾਂ ਵਾਸਤੇ ਤਾਂ ਇਹ ਹੋਰ ਵੀ ਲਾਹੇਵੰਦ ਹੈ ਸਮਝਣ ਵਾਸਤੇ ਕਿ ਉਦੋਂ ਕੀ ਕੁਝ ਵਾਪਰਿਆ ਸੀ, ਕਿਵੇਂ ਵਾਪਰਿਆ ਸੀ। ਬਾਬੂਸ਼ਾਹੀ ਟਾਈਮਸ ਸਭ ਦਾ ਸਵਾਗਤ ਹੈ। ਮੈਂ ਬਲਜੀਤ ਬੱਲੀ, ਐਡੀਟਰ ਬਾਬੂਸ਼ਾਹੀ ਨੈਟਵਰਕ, babushahi.com, ਤਿਰਛੀ ਨਜ਼ਰ ਮੀਡੀਆ। ਪੰਜਾਬ ਦਾ 1980 ਤੋਂ ਬਾਅਦ ਦਾ 15-16 ਸਾਲ ਦਾ ਇਤਿਹਾਸ ਬੜਾ ਉਥਲ ਪੁਥਲ ਵਾਲਾ ਸੀ। ਬੜੇ ਉਤਰਾਅ ਚੜ੍ਹਾਅ ਆਏ। ਖਾਲਿਸਤਾਨੀ ਲਹਿਰ ਨਾਲ ਸੰਬੰਧਿਤ ਬਹੁਤ ਵੱਡੀਆਂ ਘਟਨਾਵਾਂ ਵਾਪਰੀਆਂ। ਸਿੱਖ ਜਗਤ ਵਿੱਚ ਬਹੁਤ ਕੁਝ ਵਾਪਰਿਆ, ਅਤੇ ਉਹ ਜੋ ਕੁਝ ਵਾਪਰਿਆ ਉਸ ਨੂੰ ਕਲਮਬੰਦ ਕੀਤਾ ਵੱਖ-ਵੱਖ ਲੋਕਾਂ ਨੇ, ਲੇਖਕਾਂ ਨੇ। ਉਹਦੇ 'ਚ ਜੋ ਕਲਮਬੰਦ ਕੀਤਾ ਗਿਆ ਉਸ ਦੌਰ ਦਾ ਇਤਿਹਾਸ, ਜਿਹਦੇ ਵਿੱਚ ਬਲੂ ਸਟਾਰ ਵੀ ਸੀ, 1984 ਦੇ ਕਤਲੇਆਮ ਵੀ ਸੀ, ਉਸ ਨੂੰ ਵੱਖ-ਵੱਖ ਨਜ਼ਰੀਏ ਤੋਂ ਲੋਕਾਂ ਨੇ, ਲੇਖਕਾਂ ਨੇ, ਇਤਿਹਾਸਕਾਰਾਂ ਨੇ ਕਲਮਬੰਦ ਕੀਤਾ। ਅਤੇ ਉਹਦੇ 'ਚ ਕੁਛ ਇਹੋ ਜਿਹੇ ਲੇਖਕ ਅਤੇ ਸੱਜਣ ਵੀ ਹੈਗੇ ਸੀ ਜਿਹੜੇ ਚਸ਼ਮਦੀਦ ਗਵਾਹ ਵੀ ਰਹੇ, ਅਤੇ ਨਾਲ ਉਹਨਾਂ ਦੀ ਜਿਹੜੀ ਲੇਖਣੀ ਦੀ ਪਹੁੰਚ ਹੈਗੀ ਉਹ ਓਬਜੈਕਟਿਵ ਜਾਂ ਕਹਿ ਲਓ ਕਿ ਬਿਨਾਂ ਕਿਸੇ ਤਸੱਵ ਤੋਂ ਕੋਸ਼ਿਸ਼ ਇਹੋ ਸੀ ਕਿ ਜਿਹੜਾ ਇਤਿਹਾਸ ਆ ਉਹਦੇ ਜਿਹੜੇ ਤੱਥ ਹੈ, ਉਹਦੇ ਫੈਕਟਸ ਫਿਗਰਸ ਹੈ, ਉਹਦੀ ਜਿਹੜੀ ਪੇਸ਼ਕਾਰੀ ਹੈ ਉਹ ਬਿਨਾਂ ਕਿਸੇ ਪੱਖਪਾਤ ਤੋਂ ਪੇਸ਼ ਕੀਤੀ ਜਾਵੇ। ਅਤੇ ਉਹਨਾਂ 'ਚ ਇੱਕ ਹੈਗੇ ਨੇ ਜਗਤਾਰ ਸਿੰਘ, ਜਿਹੜੇ ਕਿ ਲੰਮਾ ਸਮਾਂ ਅੰਗਰੇਜ਼ੀ ਜਰਨਲਿਜ਼ਮ 'ਚ ਰਹੇ ਨੇ, ਇੰਡੀਅਨ ਐਕਸਪ੍ਰੈਸ 'ਚ ਰਹੇ ਨੇ, ਅਤੇ ਅੰਮ੍ਰਿਤਸਰ ਵੀ ਰਹੇ ਨੇ। ਉਹਨਾਂ ਨੇ ਜਿਹੜੀ ਕਿਤਾਬ, ਜਿਹੜੀ 2 ਕਿਤਾਬਾਂ ਲਿਖੀਆਂ ਉਸ ਮੂਵਮੈਂਟ ਦੇ, ਖਾਲਿਸਤਾਨ ਮੂਵਮੈਂਟ 'ਤੇ, ਅਤੇ ਉਸ ਦੌਰ 'ਤੇ। ਅਤੇ ਉਹਦੇ 'ਚੋਂ ਜਿਹੜੀ ਇੱਕ ਕਿਤਾਬ ਇਹਨਾਂ ਦੀ, ਉਸ ਦਾ ਪੰਜਾਬੀ ਅਨੁਵਾਦ, ਪੰਜਾਬੀ ਰੂਪ ਹੁਣ ਪਬਲਿਸ਼ ਹੋਇਆ। ਅਤੇ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਉਹ ਜਿਹੜਾ ਇਤਿਹਾਸ ਇਹਨਾਂ ਨੇ ਕਲਮਬੰਦ ਕੀਤਾ ਉਸ ਨੂੰ ਪੰਜਾਬੀ ਰੂਪ ਦਿੱਤਾ ਲਾਹੌਰ ਬੁੱਕ ਸ਼ਾਪ ਨੇ। ਅਤੇ ਇਸ ਕਿਤਾਬ ਦਾ ਜਿਹੜਾ ਨਾਂ ਹੈ ਉਹ ਹੈ ਖਾਲਿਸਤਾਨ ਸੰਘਰਸ਼, ਕਹਾਣੀ ਬਲਦੇ ਦਰਿਆਵਾਂ ਦੀ। ਇਹ ਪੰਜਾਬੀ ਰੂਪ ਇਹਦਾ ਹੈਗਾ। ਅਤੇ ਜਿਹੜਾ ਕਿ ਅੰਗਰੇਜ਼ੀ ਜਿਹੜੀ ਇਹਨਾਂ ਦੀ ਕਿਤਾਬ ਸੀ, ਰਿਵਰਸ ਔਨ ਫਾਇਰ, ਇਸ ਕਿਤਾਬ ਦਾ ਇਹ ਪੰਜਾਬੀ ਰੂਪ ਹੈ, ਅਨੁਵਾਦ ਹੈ। ਅਤੇ ਇਸ ਕਿਤਾਬ ਦਾ ਮਕਸਦ ਕੀ ਹੈ ਅਤੇ ਇਹਦੇ ਵਿੱਚ ਕੀ ਹੈ, ਅਤੇ ਪੰਜਾਬੀ ਰੂਪ ਦੀ ਮਹੱਤਤਾ ਕੀ ਹੈ, ਇਸ ਬਾਰੇ ਅਸੀਂ ਗੱਲਬਾਤ ਕਰਾਂਗੇ। ਮੇਰੇ ਨਾਲ ਜਗਤਾਰ ਸਿੰਘ ਵੀ ਮੌਜੂਦ ਨੇ, ਅਤੇ ਨਾਲ ਹੀ ਲਾਹੌਰ ਬੁੱਕ ਸ਼ਾਪ ਜਿਨ੍ਹਾਂ ਨੇ ਇਹ ਪਬਲਿਸ਼ ਕੀਤੀ ਹੈ, ਬੜੇ ਨੋਨ ਪਬਲਿਸ਼ਰ ਨੇ। ਅਤੇ ਉਹਨਾਂ ਉਹਦੇ ਜੋ ਗੁਰਮੰਨਤ ਸਿੰਘ ਨਾਲ ਨੇ, ਇਹ ਵੀ
ਕਿਉਂਕਿ ਪਬਲਿਸ਼ ਕਰਨਾ ਆਪਣੇ ਆਪ 'ਚ ਇੱਕ ਇਹੋ ਜਿਹੀ ਕਿਤਾਬ ਨੂੰ ਬੜਾ ਸੌਖਾ ਨਹੀਂ ਹੁੰਦਾ। ਤੇ ਮੈਂ ਦੇਖ ਰਿਹਾ ਸੀ ਕਿ ਇਹਦੀ ਬਹੁਤ ਅੱਛਾ ਅਨੁਵਾਦ ਕੀਤਾ ਹੈ ਜਿਸ ਨੇ ਵੀ ਕਰਾਇਆ। ਪਹਿਲਾਂ ਮੈਂ ਜਗਤਾਰ ਸਿੰਘ ਹੋਰਾਂ ਤੋਂ ਥੋੜ੍ਹੀ ਜਿਹੀ ਇਹਦੀ ਜਾਣਕਾਰੀ ਕਿ ਇਹ ਕਿਸ ਤਰ੍ਹਾਂ ਇਹ ਪੰਜਾਬੀ 'ਚ ਜਿਹੜਾ ਰੂਪ ਕਰਨ ਦਾ ਇਰਾਦਾ ਬਣਿਆ। ਇਰਾਦਾ ਬੱਲੇ ਜੀ ਮੇਰਾ ਨਹੀਂ ਸੀ, ਡਿਮਾਂਡ ਬੜੀ ਆਉਂਦੀ ਸੀਗੀ ਕਿ ਕਿਤਾਬ ਪੰਜਾਬੀ 'ਚ ਹੋਣੀ ਚਾਹੀਦੀ ਹੈ। ਜਦੋਂ ਮੇਰੀ ਪਹਿਲੀ ਕਿਤਾਬ ਆਈ ਸੀਗੀ ਖਾਲਿਸਤਾਨ ਸਟਰਗਲ ਇਨ ਨਾਨ ਮੂਵਮੈਂਟ, ਉਦੋਂ ਵੀ ਬਹੁਤ ਲੋਕਾਂ ਨੇ ਕਿਹਾ। ਤੇ ਜਦੋਂ ਦੂਸਰੀ ਖਾਲਿਸਤਾਨ ਆਪਣੇ ਰਿਵਰ ਔਨ ਫਾਇਰ ਆਈ, ਉਦੋਂ ਵੀ ਇਹ ਡਿਮਾਂਡ ਬੜੀ ਆਈ। ਪੰਜਾਬੀ ਦੀ ਡਿਮਾਂਡ ਮੇਰੇ ਕੋਲ ਪਹਿਲਾਂ ਵੀ ਆਇਆ ਕਰਦੀ ਸੀ। ਜਦੋਂ ਮੈਂ ਲਗਾਤਾਰ ਸਾਲ 'ਚ ਸੀ ਆਈ ਜਿਹੜੀ ਰਿਵਰ ਔਨ ਫਾਇਰ? ਇਹ ਆਪਣੇ 2020 ਦੇ ਵਿੱਚ 2020 ਚ ਆਈ ਸੀ। ਹਾਂਜੀ। ਤੇ ਉਦੋਂ ਡਿਮਾਂਡ ਬੜੀ ਆਈ ਖਾਸ ਕਰਕੇ ਬਾਹਰੋਂ ਕਿ ਇਹ ਕਿਤਾਬ ਪੰਜਾਬੀ 'ਚ ਹੋਣੀ ਚਾਹੀਦੀ ਹੈ। ਤੇ ਮੇਰੇ 'ਚ ਮੈਂ ਤਾਂ ਕੋਈ ਬਹੁਤਾ ਦਿਲਚਸਪੀ ਲੈ ਰਹੀ ਸੀ ਰਿਹਾ। ਇੱਕ ਦਿਨ ਸਡਨਲੀ ਸਾ ਗੁਰਬੰਨਤ ਹੋਰਾਂ ਦਾ ਫੋਨ ਆ ਗਿਆ। ਇਹ ਕਹਿੰਦੇ ਵੀ ਮੈਂ ਆਹ ਬੰਦਾ ਬੋਲ ਰਿਹਾ ਤੇ ਤੁਹਾਡੀ ਕਿਤਾਬ ਟ੍ਰਾਂਸਲੇਟ ਕਰਨ ਦੇ ਵਿੱਚ ਸਾਡੀ ਦਿਲਚਸਪੀ ਹੈ। ਮੈਂ ਕਿਹਾ ਵੀ ਮੇਰੀ ਤਾਂ ਰੈਜ਼ਰਵੇਸ਼ਨ ਹੀ ਕੋਈ ਨਹੀਂ ਕਿਸੇ ਗੱਲ ਤੇ, ਤੁਸੀਂ ਕਰਨੀ ਹੈ। ਇਹ ਮਗਰ ਬੜਾ ਪੈਂਦੇ ਨੇ ਜਦੋਂ ਕਿਤਾਬ ਕਿਸੇ ਨੇ ਨਹੀਂ, ਇਹਨਾਂ ਨੇ ਬੜੇ ਲਿਖਾਉਣੀ ਹੁੰਦੀ ਆ ਲਿਖਾਉਣੀ ਹੁੰਦੀ ਆ। ਇਹਨਾਂ ਨੇ ਬੜੇ ਪਿਆਰ ਨਾਲ ਗੱਲ ਕੀਤੀ। ਮਗਰ ਪੈਂਦੇ ਰਹੇ ਨੇ। ਨਹੀਂ, ਇਹਨੇ ਬੜੇ ਪਿਆਰ ਨਾਲ ਗੱਲ ਕੀਤੀ। ਮੈਂ ਤਾਂ ਇਹਨਾਂ ਨੂੰ ਜਾਣਦਾ ਨਹੀਂ, ਦੁਕਾਨ ਦੇ ਬਾਰੇ ਤਾਂ ਪਬਲਿਸ਼ਿੰਗ ਹਾਊਸ ਪੁਰਾਣਾ ਸਾਰੇ ਹੀ ਜਾਣਦੇ ਸੀਗੇ। ਮੈਂ ਕਿਹਾ ਜੀ ਜੋ ਗੋ ਹੈਡ, ਸ਼ਰਤ ਇੱਕੋ ਹੀ ਹੈ। ਮੈਂ ਕਿਹਾ ਅਸੀਂ ਟ੍ਰਾਂਸਲੇਸ਼ਨ ਜਿਹੜੀ ਹੋਏਗੀ ਉਹ ਅਸੀਂ ਓਵਰਸੀ ਕਰਾਂਗੇ। ਪੰਜਾਬੀ ਮੈਨੂੰ ਵੀ ਨਹੀਂ ਆਉਂਦੀ, ਸੋ ਮੇਰੇ ਇੱਕ ਦੋਸਤ ਓਵਰਸੀ ਕਰ ਰਹੇ ਸੀਗੇ ਸਾਰੀ ਗੱਲ ਤੇ ਆ ਕੇ। ਤੇ ਇਹਨਾਂ ਨੇ ਪੂਰੀ ਇਹ ਇਨੀਸ਼ੀਏਟਿਵ ਇਹਨਾਂ ਦਾ ਹੈ। ਮੇਰਾ ਤਾਂ ਇੰਗਲਿਸ਼ ਦੀ ਕਿਤਾਬ ਲਿਖਣ ਦਾ ਹੈ, ਬਾਕੀ ਗੁਰਮਨਤ ਹੋਰਾਂ ਨੂੰ ਇਹ ਕ੍ਰੈਡਿਟ ਇਹਨਾਂ ਨੂੰ ਜਾਂਦਾ। ਸਾਡੀ ਵੀ ਸੀ, ਸਭ ਦੀ, ਤੁਹਾਡੇ ਸਾਰਿਆਂ ਦੀ ਸੀ। ਹਾਂਜੀ। ਪੰਜਾਬੀ 'ਚ ਇਹ ਆਵੇ। ਸੋ ਉੱਥੋਂ ਇਹਦਾ ਇਨੀਸ਼ੀਏਟਿਵ ਚੱਲਿਆ। ਹੁਣ ਗੱਲ ਹੈ ਵੀ ਕਿਤਾਬ ਮੈਂ ਬਰੀਫ 'ਚ ਇਹ ਵੀ ਨਾਲ ਹੀ ਦੱਸ ਦੂੰਗਾ ਵੀ ਇਹ ਹੈ ਕੀ। 1947 ਤੋਂ ਬਾਅਦ, ਹਿੰਦੁਸਤਾਨ ਦੀ ਆਜ਼ਾਦੀ ਤੋਂ ਬਾਅਦ, ਪੰਜਾਬ ਇੱਕ ਐਸੀ ਸਟੇਟ ਹੈ ਜਿਹਦੇ 'ਚ ਕੋਈ 15 ਸਾਲ ਇੱਕ ਸੰਘਰਸ਼ ਚੱਲਿਆ ਜਿਹੜਾ ਖਾੜਕੂ ਸੰਘਰਸ਼ ਹੈ। ਇਹ ਇੱਕੋ ਸੰਘਰਸ਼ ਹੈ ਹਿੰਦੁਸਤਾਨ ਦੇ ਵਿੱਚ ਜਿਹਦੇ ਵਿੱਚ 40,000 ਤੋਂ ਉੱਪਰ ਲੋਕਾਂ ਦੀਆਂ ਜਾਨਾਂ ਗਈਆਂ। ਇਸ ਸੰਘਰਸ਼ ਨੇ ਇੱਕ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ, ਅਕਾਲੀ ਦਲ ਦਾ ਪ੍ਰਧਾਨ ਸੰਤ ਹਰਚੰਦ ਸਿੰਘ ਲੋਂਗੋਵਾਲ, ਇੱਕ ਚੀਫ ਮਿਨਿਸਟਰ ਬੇਅੰਤ ਸਿੰਘ, ਇੱਕ ਫਾਰਮਰ ਆਰਮੀ ਚੀਫ ਜਨਰਲ AS ਵੈਦਿਆ, 4 ਜਾਨਾਂ ਉਹ ਲਈਆਂ। ਹਿੰਦੁਸਤਾਨ 'ਚ ਕਿਸੇ ਵੀ ਹੋਰ ਸੰਘਰਸ਼ ਦੇ ਵਿੱਚ ਇਹ ਇੰਨਾ ਇਸ ਤਰ੍ਹਾਂ ਦੀਆਂ ਘਟਨਾਵਾਂ ਨਹੀਂ ਵਾਪਰੀਆਂ। ਸੋ ਇਹ ਫਿਰ ਸੰਘਰਸ਼ ਸੀ ਕੀ ਤੇ ਲੋਕ ਉਹਦੀ ਗੱਲ ਕਿਉਂ ਨਹੀਂ ਕਰ ਰਹੇ ਹੁਣ, ਇਹ ਵੀ ਨਾਲ ਸੀ। ਮੈਂ 1979 ਫਰਵਰੀ ਦੇ ਵਿੱਚ ਅੰਮ੍ਰਿਤਸਰ ਪੋਸਟ ਹੋਇਆ ਸੀ। ਸੋ ਮੈਂ ਇੰਡੀਅਨ ਐਕਸਪ੍ਰੈਸ ਦੇ ਵਿੱਚ ਮੇਰੀ ਟ੍ਰਾਂਸਫਰ ਅੰਮ੍ਰਿਤਸਰ ਹੋਈ ਤੇ ਉਸ ਢੰਗ ਨਾਲ ਮੈਂ ਇਸ ਸੰਘਰਸ਼ ਦੇ ਸ਼ੁਰੂ ਹੋਣ ਦਾ ਤੇ ਰਾਈਜ਼ ਕਰਨ ਦਾ ਚਸ਼ਮਦੀਦ ਗਵਾਹ ਸੀ। ਤੇ ਬਲੂ ਸਟਾਰ ਤੱਕ ਮੈਂ ਜਾਂਦਾ ਆਉਂਦਾ ਰਿਹਾ ਤੇ ਬਲੂ ਸਟਾਰ ਤੋਂ ਬਾਅਦ ਵੀ ਜਿੰਨੀਆਂ ਇੰਪੋਰਟੈਂਟ ਘਟਨਾਵਾਂ ਸੀ ਉਹ ਮੈਂ ਕਵਰ ਕੀਤੀਆਂ। ਸੋ ਮੈਨੂੰ ਇਹ ਸੀ ਕਿ ਜੋ ਕੁਛ ਆਪਣਾ ਐਕਸਪੀਰੀਅੰਸ ਹੈ ਤੇ ਉਹਦੇ ਨਾਲ ਜੋ ਰਿਕਾਰਡ ਦਾ ਪਾਰਟ ਹੈ, ਡਾਕੂਮੈਂਟਸ ਹੈਗੇ, ਉਹਦੇ ਬੇਸਿਸ 'ਤੇ ਲੋਕਾਂ ਨੂੰ ਦੱਸਿਆ ਜਾਵੇ ਵੀ ਆਹ ਕੁਛ ਹੋਇਆ। ਮਸਲਨ ਮੈਂ ਸਿਰਫ 2 ਐਗਜ਼ਾਮਪਲ ਦੇਵਾਂਗਾ। ਹੁਣ ਅਕਾਲ ਤਖਤ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਇੱਕ ਅਖੰਡ ਪਾਠ ਚੱਲ ਰਿਹਾ ਹੈ ਬਲਵਿੰਦਰ ਸਿੰਘ ਜਟਾਣਾ ਤੇ ਚਰਨਜੀਤ ਸਿੰਘ ਚੰਨੀ। ਬਲਵਿੰਦਰ ਸਿੰਘ ਜਟਾਣਾ ਬੱਬਰ ਖਾਲਸਾ ਦੇ ਐਕਟਿਵਿਸਟ ਸੀ ਜਿਨ੍ਹਾਂ ਨੇ SYL ਜਿਹੜੀ ਨਹਿਰ ਹੈ ਕੰਟਰੋਵਰਸ਼ੀਅਲ, ਆਪਣੇ ਐਕਸ਼ਨ ਨਾਲ ਉਹਦੀ ਕੰਸਟਰਕਸ਼ਨ ਰੁਕਵਾਈ ਸੀ। 4 ਸਤੰਬਰ ਨੂੰ ਭੋਗ ਹੈ ਉਹਨਾਂ ਦਾ। 4 ਸਤੰਬਰ ਨੂੰ ਭੋਗ ਹੈ। ਮੈਂ ਉੱਥੇ ਰਿਲੇਟ ਕਰਨ ਲੱਗਿਆ ਕਿਉਂਕਿ ਇਸ ਵੇਲੇ ਗੱਲ ਚੱਲ ਰਹੀ ਹੈ ਬਈ ਉਹ ਹੈ ਕੀ ਸੀ ਘਟਨਾ ਤੇ ਉਹਦੀ ਬੈਕਗਰਾਉਂਡ ਕੀ ਹੈ। ਜਿਹੜਾ ਰਿਵਰ ਔਨ ਫਾਇਰ ਹੈ ਵੀ ਦਰਿਆਵਾਂ ਦੇ ਪਾਣੀਆਂ ਨੂੰ ਅੱਗ ਕਿਵੇਂ ਲੱਗਦੀ ਹੈ। ਬਲਵਿੰਦਰ ਜਟਾਣਾ ਉਹਦਾ ਇੱਕ ਪਾਰਟ ਹੈ ਵੀ ਇਹ ਅੱਗ ਕਿਵੇਂ ਲੱਗੀ। ਮੈਂ ਇਸ ਕਿਤਾਬ ਦੇ ਵਿੱਚ ਪਹਿਲੀ ਵਾਰ ਪੂਰੇ ਡਾਕੂਮੈਂਟਸ ਨਾਲ ਇਹ ਦੱਸਣ ਦੀ ਕੋਸ਼ਿਸ਼ ਕੀਤੀ ਵੀ ਇਹ ਸਮੱਸਿਆ ਕੀ ਸੀ। ਤੇ ਮਤਲਬ ਜਿਹੜੀ ਉਹ ਸਿੱਖ ਸਟਰਗਲ ਸੀ ਜਾਂ ਮਿਲੀਟੈਂਟ ਸਟਰਗਲ ਸੀ ਸਿੱਖ ਖਾਲਿਸਤਾਨੀ, ਉਹਦਾ ਪੰਜਾਬ ਦੇ ਜਿਹੜੇ
ਰਿਵਰ ਵਾਟਰਸ ਤੇ ਹੋਰ ਮੁੱਦੇ ਉਹਨਾਂ ਨਾਲ ਵੀ ਸੰਬੰਧ ਸਿੱਧਾ ਸੀਗਾ। ਇਹ ਇੱਕ ਬਹੁਤ ਵੱਡਾ ਇਸ਼ੂ ਰਿਵਰ ਵਾਟਰ ਦਾ, ਇਹ ਡਿਮਾਂਡ ਅਕਾਲੀ ਦਲ ਦੀ ਸੀ ਤੇ ਜਿਹਨੂੰ ਮੈਂ ਹੁਣ ਜਦੋਂ ਮੈਂ ਗੱਲ ਕਰਦਾ ਵੀ ਇਹਦੇ 'ਚ ਦੋ ਤਰ੍ਹਾਂ ਦੇ ਲੋਕ ਸੀਗੇ ਲੀਡਰ ਰੋਲ, ਗਦਾਰੀ ਤੇ ਧੋਖਾ। ਮੈਂ ਕਿਹਾ ਕਰਦਾ ਹਮੇਸ਼ਾ ਹੀ ਕਿ ਕਾਂਗਰਸ ਨੇ ਪੰਜਾਬ ਨਾਲ ਧੋਖਾ ਕੀਤਾ, ਅਕਾਲੀ ਦਲ ਨੇ ਗਦਾਰੀ ਕੀਤੀ। ਜਿਹੜੀ ਨਹਿਰ, ਮੈਂ ਇਹਦੇ ਨਾਲ ਹੀ ਸਮ ਅਪ ਕਰ ਦੂੰਗਾ, ਬਲਵਿੰਦਰ ਜਟਾਣਾ ਨੇ ਜਿਹਦੀ ਕੰਸਟਰਕਸ਼ਨ ਬੰਦ ਕਰਾਈ, ਇਹਦੀ ਜਿਹੜੀ ਸ਼ੁਰੂਆਤ ਹੈ ਕੰਸਟਰਕਸ਼ਨ ਦੀ, ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵੇਲੇ 78 ਦੇ ਵਿੱਚ ਸ਼ੁਰੂ ਹੋਈ। ਮਿਸੇਜ ਗਾਂਧੀ ਨੇ 76 ਦੇ ਵਿੱਚ ਅਵਾਰਡ ਦਿੱਤਾ ਕੰਟਰੋਵਰਸ਼ੀਅਲ, ਜਿਹਦੇ ਬੇਸਿਸ ਤੇ ਇਹ ਨਹਿਰ ਬਣਨੀ ਸ਼ੁਰੂ ਹੋਈ। ਲੇਕਿਨ ਇਹਦੀ ਕੰਸਟਰਕਸ਼ਨ ਸ਼ੁਰੂ ਕਰਾਉਣ ਦੇ ਵਿੱਚ ਸਭ ਤੋਂ ਵੱਡਾ ਰੋਲ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਹੈ, ਕਿਉਂਕਿ ਇਸ ਨਹਿਰ ਨੂੰ ਦੀ ਜ਼ਮੀਨ ਅਕਵਾਇਰ ਕਰਨ ਵਾਸਤੇ ਪਹਿਲਾ ਨੋਟਿਸ ਉਹਨਾਂ ਦੀ ਸਰਕਾਰ ਵੇਲੇ ਇਸ਼ੂ ਹੋਇਆ ਸੀ। ਔਰ ਇਹਨਾਂ ਦੇ ਦੋਸਤ ਹਰਿਆਣਾ 'ਚ ਚੀਫ ਮਿਨਿਸਟਰ ਸੀ ਚੌਧਰੀ ਦੇਵੀ ਲਾਲ, ਉਹਨਾਂ ਨੇ ਬਕਾਇਦਾ ਅਸੈਂਬਲੀ 'ਚ ਅਨਾਊਂਸ ਕੀਤਾ, ਰਿਕਾਰਡ ਦਾ ਪਾਰਟ ਹੈ, ਕਿ ਮੇਰਾ ਤੇ ਮੇਰੇ ਦੋਸਤ ਸਾਹਿਬ ਪ੍ਰਕਾਸ਼ ਸਿੰਘ ਬਾਦਲ ਦਾ ਸਮਝੌਤਾ ਹੋ ਗਿਆ ਤੇ ਉਹਨਾਂ ਨੇ ਇਹ ਨੋਟੀਫਿਕੇਸ਼ਨ ਜ਼ਮੀਨ ਅਕਵਾਇਰ ਕਰਨ ਦਾ ਇਸ਼ੂ ਕਰ ਦਿੱਤਾ ਹੈ। ਬਾਕੀ ਗੱਲਾਂ ਬਾਅਦ ਦੀਆਂ ਕੀ ਹੋਇਆ। ਨਹੀਂ, ਹੁਣ ਮਸਲਾ ਇਹ ਹੈ, ਇਹ ਹੈ ਕਿ ਜਿਹੜੀ ਇਹ ਕਿਉਂਕਿ ਅੰਗਰੇਜ਼ੀ ਦੀ ਜਦੋਂ ਕਿਤਾਬ ਆਈ ਸੀ ਉਦੋਂ ਆਪਾਂ ਕਾਫੀ ਗੱਲਾਂ ਕੀਤੀਆਂ ਸੀ ਵੀ ਇਹਦੇ 'ਚ ਨਵਾਂ ਕੀ ਹੈ। ਹੁਣ ਪੰਜਾਬੀ ਜਿਹੜੇ ਪਾਠਕ ਨੇ ਸਾਡੇ, ਉਸ ਦੌਰ ਬਾਰੇ ਇਹਦੇ 'ਚ ਇਹੋ ਜਿਹੇ ਆਸਪੈਕਟ ਦੱਸੋ ਜਿਹੜੇ ਇਹਦੇ 'ਚ ਉਗੜਵੇਂ ਨੇ, ਜਿਹੜੇ ਵੱਖਰੇ ਨੇ, ਜਿਹੜੇ ਪਹਿਲਾਂ ਨਸ਼ਰ ਨਹੀਂ ਹੋਏ, ਜ਼ਾਹਰ ਸਾਹਮਣੇ ਹੈ, ਉਹ ਥੋੜਾ ਜਿਹਾ ਬਰੀਫ ਦੇ ਵਿੱਚ ਇਹ ਹੈ ਕਿ 1955 ਦਾ ਜਿਹੜਾ ਐਗਰੀਮੈਂਟ ਹੈ ਉਹਦੀ ਡਿਟੇਲ ਕੀ ਹੈ, ਉਹ ਕਿਵੇਂ ਹੋਇਆ, ਉਹਦੇ 'ਚ ਪੂਰੀ ਡਿਟੇਲ ਹੈ ਵੀ ਇਹਦੀ ਬੈਕਗਰਾਉਂਡ ਕੀ ਹੈ। ਉਧਰੋਂ ਕਸ਼ਮੀਰ ਦੇ ਵਿੱਚ ਅੱਗ ਲੱਗਦੀ ਹੈ ਤੇ ਨਾਲ ਹੀ ਪੰਜਾਬ ਦੇ ਪਾਣੀਆਂ ਦਾ ਮਸਲਾ ਪਾਕਿਸਤਾਨ ਨਾਲ ਸ਼ੁਰੂ ਹੋ ਜਾਂਦਾ ਹੈ। ਇਹ ਮਸਲਾ ਵੰਡ ਦੇ ਵਿੱਚ ਇਹਦੀ ਜੜ ਹੈ। ਇਹ ਸਿਰਫ ਇਹ ਨਹੀਂ ਹੈ ਕਿ ਕਾਂਗਰਸ ਸਰਕਾਰ ਵੇਲੇ ਪਾਣੀਆਂ ਦੀ ਵੰਡ ਹੋਈ, ਉਹਦੀ ਜੜ ਕੀ ਸੀ, ਇਹ ਪੂਰੀ ਡਿਟੇਲ ਉਸ ਜੜ ਦੀ ਔਰ ਡਾਕੂਮੈਂਟਡ ਹੈ। ਤੇ ਉਹਦੇ 'ਚ ਮੈਂ ਪਾਕਿਸਤਾਨ ਦੇ ਵਿੱਚ ਜੋ ਕੁਛ ਛਪਿਆ ਉਹ ਵੀ ਨਾਲ ਕੋਟ ਕੀਤਾ ਹੈ। ਹਾਂਜੀ, ਹੁਣ ਮਤਲਬ ਇਹਦਾ ਹੱਲ ਕੀ ਹੈ ਅੱਜ ਦੇ ਜ਼ਮਾਨੇ ਦੇ ਵਿੱਚ। ਪਾਣੀ ਦਾ ਹੈ ਕਿ ਨੱਕ, ਜਿਹੜੀ ਗੱਲ ਮੈਂ ਜਿਹੜੀ ਨਵੀਂ ਇਹਦੇ 'ਚ ਕੀਤੀ ਹੈ ਵੀ ਝਗੜਾ ਕਿਹੜੀ ਗੱਲ ਦਾ ਸੀ। ਝਗੜਾ ਟੋਟਲ ਹੈ ਕਿ ਹਰਿਆਣਾ ਮੰਗ ਰਿਹਾ 1.88 MAF ਪਾਣੀ, ਬਾਕੀ ਜਿਹੜਾ 3.5 MAF ਦੇ ਵਿੱਚੋਂ ਪਾਣੀ ਸੀ ਹਿੱਸਾ ਉਹਨਾਂ ਦਾ, ਉਹ ਤਾਂ ਪਹਿਲਾਂ ਹੀ ਲੈ ਰਿਹਾ ਲਗਾਤਾਰ ਹੀ ਥਰੂ ਭਾਖੜਾ ਕਨਾਲ ਸਿਸਟਮ। ਵੀ ਇੰਨੇ ਕੁ ਪਾਣੀ ਵਾਸਤੇ ਤੁਸੀਂ ਇੰਨੇ ਲੋਕਾਂ ਨੂੰ ਕਿਉਂ ਮਰਵਾਇਆ ਤੇ ਇਹਦਾ ਸਿਆਸੀਕਰਨ ਕਿਉਂ ਕੀਤਾ ਹੈ। ਇੰਨਾ ਪਾਣੀ ਤਾਂ ਥਰੂ ਵਾਟਰ ਹਾਰਵੈਸਟਿੰਗ ਸਿਸਟਮ, ਅੱਜ ਕੱਲ੍ਹ ਟੈਕਨੋਲੋਜੀ ਆ ਗਈ, ਉਹ ਤੋਂ ਕਈ ਗੁਣਾ ਜ਼ਿਆਦਾ ਪਾਣੀ ਤੁਸੀਂ ਕੰਜ਼ਰਵ ਕਰ ਸਕਦੇ ਹੋ। ਇਹਦੇ 'ਚ ਇਹ ਨਵੀਂ ਗੱਲ ਹੈ। ਮੈਂ ਕੋਸ਼ਿਸ਼ ਕੀਤੀ ਹੈ ਇਹ ਇੰਪ੍ਰੈਸ ਕਰਨ ਦੀ ਲੋਕਾਂ ਨੂੰ ਜਾਂ ਪੋਲੀਟੀਕਲ ਕਲਾਸ ਨੂੰ ਵੀ ਕਿ ਤੁਸੀਂ ਇਸ ਇਸ਼ੂ ਨੂੰ ਪੋਲੀਟੀਸਾਈਜ਼ ਨਾ ਕਰੋ। ਇਸ਼ੂ ਇਕੋਨਮੀ ਦਾ ਹੈ, ਪੰਜਾਬ ਦੇ ਰਾਈਟਸ ਦਾ ਹੈ। ਇਹਨੂੰ ਠੀਕ ਪਰਸਪੈਕਟਿਵ ਮਾਡਰਨ ਟੈਕਨੋਲੋਜੀ ਦੇ ਬੈਕਗਰਾਊਂਡ ਦੇ ਵਿੱਚ ਇਹਦਾ ਹੱਲ ਹੋਣਾ ਚਾਹੀਦਾ ਹੈ। ਤੇ ਜਿਹੜੀ ਖਾਲਿਸਤਾਨੀ ਲਹਿਰ ਦੇ ਬਾਰੇ, ਉਹਦੇ ਬਾਰੇ ਵੀ ਕੋਈ ਕਨਕਲੂਜਨ, ਕੋਈ ਸਮ ਅਪ, ਕੋਈ ਉਹਦਾ ਵੀ ਕੋਈ ਆਸਪੈਕਟ ਜਿਹੜਾ ਹੈਗਾ, ਜਿਹੜਾ ਪਹਿਲਾਂ ਨਹੀਂ ਸੀ ਆਇਆ ਸਾਹਮਣੇ। ਇੱਕ ਆਸਪੈਕਟ ਜਿਹੜਾ ਲਗਾਤਾਰ ਆਉਂਦਾ ਰਿਹਾ ਹੈ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਕਾਂਗਰਸ ਦੇ ਏਜੰਟ ਹੈ। ਇਹ ਮੇਰੀ ਕਿਤਾਬ ਪਹਿਲੀ ਸੀ ਜਿਹਨੇ ਉਹ ਮਿਥ ਸ਼ੈਟਰ ਕੀਤਾ ਹੈ। ਇਹ ਪਹਿਲਾਂ ਕਦੇ ਉਸ ਢੰਗ ਨਾਲ ਗੱਲ ਹੋਈ ਨਹੀਂ ਸੀ। ਮੈਨੂੰ ਸਗੋਂ ਟਕਸਾਲ ਦੇ ਹਰਬੰਸ ਸਿੰਘ ਧੁਮਾ ਹੋਰੀ ਇੱਕ ਦਿਨ ਕਹਿੰਦੇ ਵੀ ਸਾਥੋਂ ਇਹੀ ਸਾਡੇ ਕੋਲੋਂ ਨਹੀਂ ਲੈ ਰਿਹਾ ਕਿ ਜਿਹੜਾ ਹੈ ਕਿ ਸੰਤ ਜਰਨੈਲ ਸਿੰਘ ਕਾਂਗਰਸ ਦੀ ਕ੍ਰੀਏਸ਼ਨ ਸੀ। ਮੈਂ ਇਸ ਕਿਤਾਬ ਦੇ ਵਿੱਚ ਪ੍ਰੂਵ ਕੀਤਾ ਹੈ ਕਾਂਗਰਸ ਦੀ ਕ੍ਰੀਏਸ਼ਨ ਨਹੀਂ ਸੀ। ਕਾਂਗਰਸ ਤਾਂ ਉਸ ਵੇਲੇ ਇੰਦਰਾ ਗਾਂਧੀ ਦਾ ਆਪਣੇ ਸਾਹ ਆਧਾਰੇ ਲੱਭ ਰਹੀ ਸੀਗੀ। ਮੈਂ ਇਹ 77 'ਚ ਪ੍ਰਧਾਨ ਆਪਣੇ ਟਕਸਾਲ ਦੇ ਚੀਫ ਬਣਦੇ ਹੈ। ਮਿਸੇਜ ਗਾਂਧੀ ਦਾ ਪਾਵਰ 'ਚੋਂ ਬਾਹਰ ਸੀਗੀ, ਉਹਦੇ ਪਿੱਛੇ ਤਾਂ ਜਨਤਾ ਸਰਕਾਰ ਲੱਗੀ ਸੀ ਉਹਨਾਂ ਨੂੰ ਅੰਦਰ ਕਰਾਉਣ। ਇੱਕ ਹੋਰ ਇਹਦੇ ਨਾਲ ਹੀ 1980 ਦੇ ਵਿੱਚ ਕਾਂਗਰਸ ਵਾਪਸ ਆਉਂਦੀ ਹੈ ਆਪਣੇ ਜਨਵਰੀ ਦੇ ਵਿੱਚ। ਜੂਨ 'ਚ ਸੰਜੇ ਗਾਂਧੀ ਦਾ ਐਕਸੀਡੈਂਟ ਹੋ ਜਾਂਦਾ ਹੈ, ਉਹਨਾਂ ਦੀ ਡੈਥ ਹੋ ਜਾਂਦੀ ਹੈ। ਕੀ ਸਰਕਾਰ ਬਣਸਾਰ ਸੰਜੇ ਗਾਂਧੀ ਦੀ ਪ੍ਰਾਇੋਰਟੀ ਇਹ ਸੀ ਕਿ ਪੰਜਾਬ 'ਚ ਕੋਈ ਸਾਧ ਲੱਭਿਆ ਜਾਵੇ ਜਿਹੜਾ ਅਕਾਲੀਆਂ ਨੂੰ ਕਨਫਰੰਟ ਕਰੇ। ਅਕਾਲੀ ਤਾਂ ਉਸ ਵੇਲੇ ਪਾਵਰ 'ਚ ਹੀ ਨਹੀਂ ਸੀਗੇ। ਇਹ ਲੌਜਿਕ ਕੋਈ ਸਮਝ ਨਹੀਂ ਆਉਂਦਾ। ਇੱਕ ਬਿਲਡ ਕੀਤਾ ਗਿਆ ਵੀ ਕਾਂਗਰਸ ਦੀ ਕ੍ਰੀਏਸ਼ਨ ਸੀ, ਕਾਂਗਰਸ ਤਾਂ ਆਪਣੇ ਸਾਹ ਆਧਾਰੇ ਲੱਭ ਰਹੀ ਸੀਗੀ। ਮੈਂ ਥੋੜੇ ਜਿਹੀ ਗੁਰਮੰਨਤ ਹੋਰਾਂ ਨਾਲ ਗੱਲ ਕਰ ਲਈ, ਫਿਰ ਇੱਕ ਦੋ ਸਵਾਲ ਹੋਰ ਕਰਾਂਗੇ ਤੁਹਾਨੂੰ।
ਹਾਂਜੀ ਗੁਰਮਨ ਧੰਨਵਾਦ ਬਲਜੀਤ ਬੱਲੀ ਜੀ, ਤੁਸੀਂ ਸਮਾਂ ਦਿੱਤਾ ਸਾਨੂੰ। ਪਹਿਲਾਂ ਤਾਂ ਬੜੀ ਮੈਨੂੰ ਇਸ ਗੱਲ ਦੀ ਫਖਰ ਹੈ, ਕਹਿ ਲਓ ਕਿ ਐਡਾ ਤੁਹਾਡਾ ਪੁਰਾਣਾ ਜਿਹੜਾ ਪਬਲਿਸ਼ਿੰਗ ਹਾਊਸ ਹੈ, ਜਿਨ੍ਹਾਂ ਨੇ ਮੇਰੇ ਖਿਆਲ ਇਹੋ ਜਿਹੀਆਂ ਕਿਤਾਬਾਂ ਛਾਪੀਆਂ ਨੇ ਜਿਹੜੀਆਂ ਸ਼ਾਇਦ ਕਿਸੇ ਹੋਰ ਪਬਲਿਸ਼ਰ ਨੇ ਨਾ, ਪੰਜਾਬ ਨਾਲ ਸੰਬੰਧਿਤ। ਤੇ ਸਾਨੂੰ ਖੁਸ਼ੀ ਹੈ ਕਿ ਤੁਸੀਂ ਸਾਡੇ ਨਾਲ ਹੋ ਇਸ ਵੇਲੇ। ਇਸ ਕਿਤਾਬ ਨੂੰ ਪਬਲਿਸ਼ ਕਰਨ ਦਾ ਕਿਸ ਤਰ੍ਹਾਂ ਵਿਚਾਰ ਆਇਆ, ਕਿਵੇਂ ਕਨਫਰੰਟ ਹੋਈ ਤੁਹਾਡੇ? ਦੇਖੋ, ਬੀਇੰਗ ਅ ਪਬਲਿਸ਼ਰ ਸਾਨੂੰ ਐਂ ਲੱਗਦਾ ਵੀ ਮਾਰਕੀਟ 'ਚ ਬਹੁਤ ਮੈਟਰ ਹੈ ਜਿਹੜਾ ਕਿ ਪੰਜਾਬ ਇਤਿਹਾਸ ਤੇ ਸਪੈਸ਼ਲੀ 84 ਦੇ ਪੀਰੀਅਡ ਤੇ ਛਪਦਾ। ਲੇਕਿਨ ਜਿਹੜਾ ਵਰਡ ਖਾਲਿਸਤਾਨ ਹੈ, ਇਹ ਆਪਣੇ ਆਪ 'ਚ ਇੱਕ ਬਹੁਤ ਸੈਂਸਿਟਿਵ ਵਰਡ ਹੈ ਤੇ ਇਹਨੂੰ ਸਮਝਣ ਲਈ ਸਾਨੂੰ ਕਈ ਪਰਸਪੈਕਟਿਵਸ ਨੂੰ ਸਮਝਣਾ ਪਏਗਾ ਜਦ ਅਸੀਂ ਖਾਲਿਸਤਾਨ ਦੀ ਗੱਲ ਕਰਦੇ ਹਾਂ। ਜਦ ਅਸੀਂ ਕਿਤਾਬਾਂ ਪੰਜਾਬੀ ਵੱਲ ਝਾਤ ਮਾਰਦੇ ਹਾਂ ਤੇ ਅਸੀਂ ਦੇਖਦੇ ਹਾਂ ਵੀ ਖਾਲਿਸਤਾਨ ਜਾਂ 84 ਦੇ ਉੱਤੇ ਬਹੁਤ ਲੋਕਾਂ ਨੇ, ਬਹੁਤ ਲੇਖਕਾਂ ਨੇ ਲਿਖਿਆ ਔਰ ਕਈਆਂ ਨੇ ਬਹੁਤ ਅੱਛੀ ਰਿਸਰਚ ਕਰਕੇ ਵੀ ਲਿਖਿਆ। ਪਰ ਜਦ ਜਗਤਾਰ ਸਿੰਘ ਹੋਰਾਂ ਦੀ ਕਿਤਾਬ ਇੰਗਲਿਸ਼ 'ਚ ਰਿਵਰਸ ਔਨ ਫਾਇਰ ਆਈ ਤੇ ਮੈਂ ਉਹਨੂੰ ਪੜ੍ਹਿਆ ਤੇ ਮੈਨੂੰ ਐਂ ਫੀਲ ਹੋਇਆ ਵੀ ਇਹਦੇ ਵਿੱਚ ਕੁਝ ਇਹੋ ਜਿਹੇ ਡਾਕੂਮੈਂਟਸ ਔਰ ਇਹੋ ਜਿਹੀ ਰਿਸਰਚ ਵਰਕ ਹੈਗਾ, ਕਿਉਂਕਿ ਜਿੱਦਾਂ ਆਪ ਵੀ ਉਹਨਾਂ ਨੇ ਦੱਸਿਆ ਵੀ ਉਸ ਪੀਰੀਅਡ ਨੂੰ ਇਹਨਾਂ ਨੇ ਇਨਕਾਊਂਟਰ ਕੀਤਾ। ਇਹ ਉਹ ਕਵਰ ਕਰਦੇ ਰਹੇ ਅੰਮ੍ਰਿਤਸਰ ਨੂੰ, ਬਲੂ ਸਟਾਰ ਤੇ ਬਲੂ ਸਟਾਰ ਤੋਂ ਪਹਿਲਾਂ ਵੀ ਤੇ ਬਲੂ ਸਟਾਰ ਤੋਂ ਬਾਅਦ ਵੀ। ਸੋ ਮੈਨੂੰ ਐਂ ਲੱਗਿਆ ਵੀ ਇੱਕ ਇਹੋ ਜਿਹਾ ਡਾਕੂਮੈਂਟ ਹੈ ਜਿਹੜਾ ਕਿ ਜਿਹੜਾ ਪੰਜਾਬੀ ਰੀਡਰ ਹੈ, ਸਾਡਾ ਰੂਰਲ ਰੀਡਰ ਹੈ, ਜਾਂ ਜਿਹੜਾ ਰੀਡਰ ਜਿਹੜਾ ਪੰਜਾਬੀ 'ਚ ਪੁਸਤਕ ਨੂੰ ਪੜ੍ਹਨਾ ਚਾਹੁੰਦਾ ਹੈ, ਕਿਉਂਕਿ ਇੰਗਲਿਸ਼ ਰੀਡਰ ਲਈ ਤਾਂ ਅਵੇਲੇਬਲ ਹੈ ਹੀ ਹੈ। ਹੋਰ ਵੀ ਕਾਫੀ, ਹਾਂ, ਹੋਰ ਵੀ ਮਟੀਰੀਅਲ ਅਵੇਲੇਬਲ ਹੈ। ਅਸੀਂ ਹੋਰ ਵੀ ਟ੍ਰਾਂਸਲੇਸ਼ਨਸ ਅਲੱਗ-ਅਲੱਗ ਟੌਪਿਕ, ਹਾਂ, ਅਸੀਂ ਮਾਰਕ ਟੱਲੀ ਨੂੰ ਪਬਲਿਸ਼ ਕੀਤਾ ਹੈ, ਅਸੀਂ HS ਫੂਲਕਾ ਦੀ ਕਿਤਾਬ ਨੂੰ ਪਬਲਿਸ਼ ਕੀਤਾ ਸੀ। ਪਰ ਇਹਦੇ ਵਿੱਚ ਕੁਝ ਇਹੋ ਜਿਹੇ ਰਿਸਰਚ ਡਾਕੂਮੈਂਟ ਸੀਗੇ ਜਿਹੜੇ ਸਾਨੂੰ ਲੱਗਦਾ ਸੀ ਵੀ ਲੋਕਾਂ ਤੱਕ ਪਹੁੰਚਣੇ ਚਾਹੀਦੇ ਆ ਔਰ ਸਾਨੂੰ ਜਿਹੜਾ ਰੀਡਰ ਹੈ ਉਹਨੂੰ ਪਤਾ ਲੱਗਣਾ ਚਾਹੀਦਾ ਵੀ ਸਾਡੇ ਵੱਲੋਂ ਉਸ ਪੀਰੀਅਡ ਦੌਰਾਨ ਕੀ ਗਲਤੀਆਂ ਹੋਈਆਂ ਨੇ। ਸਾਡੇ ਪੋਲੀਟੀਕਲ ਜਿਹੜੇ ਸਾਡੇ ਅਲਾਏ ਗਿਣੇ ਗਏ ਜਾਂ ਉਸ ਪੀਰੀਅਡ 'ਤੇ ਜਿਹੜੇ ਲੋਕ ਸਾਡੇ ਨਾਲ ਖੜੇ, ਜਿਸ ਕਰਕੇ ਸਾਡੀ ਦੇਖਿਆ ਜਾਵੇ ਤਾਂ ਲਗਭਗ 2 ਦਹਾਕਿਆਂ ਦਾ ਜਿਹੜੀ ਜਵਾਨੀ ਹੈ ਪੰਜਾਬ ਦੀ, ਉਹ ਉਸ ਪੀਰੀਅਡ ਕਰਕੇ ਖਰਾਬ ਹੋਈ ਹੈ। ਸੋ ਉਹ ਕਿਹੜੀਆਂ ਗਲਤੀਆਂ ਨੇ ਜਿਸ ਕਰਕੇ ਇਹ ਮੂਵਮੈਂਟ ਫੇਲ ਹੋਈ ਔਰ ਕਿਹੜੀ ਚੀਜ਼ਾਂ ਨੇ ਜਿਹੜੀਆਂ ਕਿ ਅਵੋਇਡ ਹੋ ਸਕਦੀਆਂ ਸੀ, ਉਹ ਇਸ ਪੁਸਤਕ 'ਚ ਮੈਨੂੰ ਐਂ ਲੱਗਦਾ ਵੀ ਬਹੁਤ ਅੱਛੀ ਤਰ੍ਹਾਂ ਜਗਤਾਰ ਸਿੰਘ ਜੀ ਨੇ ਕਵਰ ਕੀਤੀਆਂ। ਅਤੇ ਬੀਇੰਗ ਐਨ ਪਬਲਿਸ਼ਰ ਮੈਨੂੰ ਐਂ ਲੱਗਦਾ ਵੀ ਇਹ ਕਿਤਾਬ ਹਰ ਉਸ ਪਾਠਕ ਦੇ ਹੱਦ ਤੱਕ ਪਹੁੰਚਣੀ ਚਾਹੀਦੀ ਹੈ ਜਿਹੜਾ ਕਿ 1970 ਤੋਂ ਲੈ ਕੇ ਬਾਅਦ ਤੱਕ, 84 ਦੇ ਪੀਰੀਅਡ ਤੋਂ ਬਾਅਦ ਤੱਕ ਜਿਹੜੀ ਆਪਣੀ ਮੂਵਮੈਂਟ ਪੂਰੀ ਚੱਲਦੀ ਹੈ, ਉਹਦਾ ਫੇਲੀਅਰ ਕਿਸ ਤਰ੍ਹਾਂ ਹੁੰਦਾ, ਉਹਦਾ ਸਟਾਰਟਅਪ ਕਿਸ ਤਰ੍ਹਾਂ ਹੁੰਦਾ, ਉਸ ਬਾਰੇ ਜਾਣਨਾ ਚਾਹੁੰਦਾ। ਕਦੋਂ ਸ਼ੁਰੂ ਕੀਤਾ ਤੁਸੀਂ ਇਹ, ਕਦੋਂ ਸ਼ੁਰੂ ਕੀਤਾ ਪ੍ਰੋਜੈਕਟ ਇਹ? ਇਹ ਪ੍ਰੋਜੈਕਟ ਮੈਨੂੰ ਲੱਗਦਾ ਜਿਸ ਤਰ੍ਹਾਂ ਆਥਰ ਨੇ ਦੱਸਿਆ ਵੀ 2020 'ਚ ਇਹ ਕਿਤਾਬ ਇੰਗਲਿਸ਼ 'ਚ ਪਬਲਿਸ਼ ਹੋ ਕੇ ਆ ਗਈ ਸੀ। ਅਤੇ ਮੈਨੂੰ, ਕਿਉਂਕਿ ਅਸੀਂ ਬਹੁਤ ਟਰਾਂਸਲੇਸ਼ਨਸ ਕਰਦੇ ਹਾਂ, ਅਲੱਗ-ਅਲੱਗ ਕਿਤਾਬਾਂ ਓਰੀਜਨਲ ਪੰਜਾਬੀ 'ਚ ਵੀ ਛਪਦੀਆਂ ਰਹਿੰਦੀਆਂ ਨੇ, ਅਤੇ ਮੈਂ ਇਸ ਬਾਰੇ ਜਦ ਇਸ ਨੂੰ ਥੋੜ੍ਹਾ ਜਿਹਾ ਪੜ੍ਹਨ ਲੱਗਿਆ ਤਾਂ ਮੈਨੂੰ ਕੁਛ ਇਹ 'ਚ ਫੈਕਟਸ ਬਹੁਤ ਇੰਟਰਸਟਿੰਗ ਲੱਗੇ ਅਤੇ ਫਿਰ ਮੈਂ ਇਹਨਾਂ ਨੂੰ ਜਗਤਾਰ ਸਿੰਘ ਜੀ ਨੂੰ ਅਪਰੋਚ ਕੀਤਾ ਅਤੇ ਇਹਨਾਂ ਨੇ ਵੀ ਬੜੇ ਖੁੱਲ੍ਹੇ ਦਿਲ ਨਾਲ ਸਾਨੂੰ ਇਸ ਪ੍ਰੋਜੈਕਟ ਨੂੰ ਐਕਸੈਪਟ ਕੀਤਾ ਵੀ ਮੈਨੂੰ ਇਹਦੇ ਵਿੱਚ ਕੋਈ ਓਬਜੈਕਸ਼ਨ ਨਹੀਂ ਹੈ, ਅਗਰ ਇਹ ਕਿਤਾਬ ਪੰਜਾਬੀ ਰੀਡਰ ਤੱਕ ਪਹੁੰਚੇ ਵੀ ਮੈਂ ਖੁਸ਼ ਹੋਊਂਗਾ ਕਿ ਮੇਰਾ ਜੋ ਵਰਕ ਹੈ ਜਾਂ ਰਿਸਰਚਡ ਹੈ ਜਿਹੜੀ ਚੀਜ਼, ਉਹ ਵੱਧ ਤੋਂ ਵੱਧ ਰੀਡਰ ਦੇ ਹੱਥ 'ਚ ਪਹੁੰਚਣੀ ਚਾਹੀਦੀ ਹੈ। ਸੋ ਬੀਇੰਗ ਇਨਟੂ ਟਰਾਂਸਲੇਸ਼ਨ ਜਿਹੜਾ ਪੀਰੀਅਡ ਸਾਨੂੰ ਲੱਗਿਆ ਲਗਭਗ 1.5 ਕੁ ਸਾਲ ਦਾ, ਉਹ ਅਸੀਂ ਲਾਇਆ ਅਤੇ ਹੁਣ ਅੱਜ ਅਸੀਂ ਦੇਖ ਰਹੇ ਹਾਂ ਵੀ ਲੋਕਾਂ ਦੇ ਹੱਥਾਂ 'ਚ ਇਹ ਕਿਤਾਬ ਆ ਚੁੱਕੀ ਆ। ਸਫ਼ਿਆਂ ਦੀ ਹੈਗੀ ਇਹ ਲਗਭਗ 520 ਸਫ਼ਿਆਂ ਦੀ ਕਿਤਾਬ ਹੈ, ਕਾਫੀ ਵੱਡੇ ਆਕਾਰ ਦੀ ਕਿਤਾਬ ਹੈ। ਪਰ ਮੈਨੂੰ ਐ ਪੱਕਾ ਇਹ ਮੰਨਣਾ ਹੈ ਬੀਇੰਗ ਅ ਪਬਲਿਸ਼ਰ ਕਿ ਜਿਹੜਾ ਵੀ ਬੰਦਾ ਇਸ ਕਿਤਾਬ ਨੂੰ ਪੜ੍ਹਦਾ ਹੈ, ਉਹਦਾ ਜਿਹੜਾ ਥੋਟ ਪ੍ਰੋਸੈਸ ਹੈ ਉਸ ਪੀਰੀਅਡ ਦੇ ਦੌਰਾਨ ਔਰ ਉਹ ਬਿਲਕੁਲ ਚੇਂਜ ਹੋਏਗਾ, ਉਹਨੂੰ ਇੱਕ ਅਲੱਗ ਤਰ੍ਹਾਂ ਦੀ ਇੱਕ ਜਿਹੜੀ ਰਿਸਰਚ ਡਾਕੂਮੈਂਟ ਇਸ ਕਿਤਾਬ ਰਾਹੀਂ ਮਿਲ ਸਕਦਾ ਹੈ। ਅਨੁਵਾਦ ਕਿਸ ਨੇ ਕੀਤਾ ਹੈ? ਇਹ ਅਨੁਵਾਦ ਲਖਵੀਰ ਸਿੰਘ ਇੱਕ ਪ੍ਰੋਫੈਸਰ ਨੇ, ਉਹਨਾਂ ਨੇ ਕੀਤਾ ਹੈਗਾ ਅਤੇ ਬੀਇੰਗ ਪਬਲਿਸ਼ਰ ਸਾਡੇ ਨਾਲ 3-4 ਅਲੱਗ-ਅਲੱਗ ਅਨੁਵਾਦਕ ਜੁੜੇ ਹੋਏ ਜਿਹੜਾ ਅਨੁਵਾਦ ਕਰਦੇ ਹੈ। ਉਸ ਤੋਂ ਬਾਅਦ ਜਗਤਾਰ ਸਿੰਘ ਹੋਰਾਂ ਦੇ ਕੁਝ ਮਿੱਤਰ ਵੀ ਇਸ ਨਾਲ ਸਾਡਾ ਯੋਗਦਾਨ ਪਾਉਂਦੇ ਰਹੇ ਅਤੇ ਕਿਤਾਬ ਨੂੰ ਪੜ੍ਹਦੇ ਰਹੇ ਅਤੇ ਉਹ ਅਸੀਂ ਕੋਸ਼ਿਸ਼ ਕੀਤਾ ਵੀ ਘੱਟ ਤੋਂ ਘੱਟ ਇਹਦੇ ਵਿੱਚ ਵੱਧ ਤੋਂ ਵੱਧ ਵਧੀਆ ਕਿਤਾਬ ਤਿਆਰ ਹੋਵੇ ਤਾਂ ਕਿ ਘੱਟ ਤੋਂ ਘੱਟ ਗਲਤੀਆਂ ਹੋਣ। ਵੈਸੇ ਮੈਂ ਦੇਖਿਆ ਇਹ 'ਚ ਅਨੁਵਾਦ ਬੜਾ ਅੱਛਾ ਲੱਗ ਰਿਹਾ ਮੈਨੂੰ। ਮੈਂ ਇੱਕ ਸ਼ਬਦ ਦੇਖ ਰਿਹਾ ਸੀ, ਬੇਵਤਨਾ ਸ਼ਬਦ ਵਰਤਿਆ, ਮਲਾਮ ਦਾ ਜਲਾਵਤਨ ਵਰਤਦੇ ਆ, ਹਾਂ, ਪਰ ਉਹ 'ਚ ਬੇਵਤਨਾ ਸ਼ਬਦ ਵਰਤਿਆ ਹੋਇਆ ਜਲਾਵਤਨ ਵਾਸਤੇ। ਇਹ ਖੂਬਸੂਰਤੀ ਹੁੰਦੀ ਹੈ ਇਹ ਖੂਬਸੂਰਤੀ ਹੈ ਟਰਾਂਸਲੇਸ਼ਨ ਦੀ। ਇੰਗਲਿਸ਼ 'ਚ ਤਾਂ ਤੁਸੀਂ ਦੇਖੋ ਤੁਹਾਨੂੰ ਬਹੁਤ ਲਫ਼ਜ਼ ਇੱਕੋ ਜਿਹੇ ਮਿਲ ਜਾਣਗੇ, ਲੇਕਿਨ ਜਦ ਅਸੀਂ ਪੰਜਾਬੀ ਟਰਾਂਸਲੇਸ਼ਨ ਕਰਦੇ ਹਾਂ, ਸਾਡਾ ਪਰਪਸ ਲੋਕਾਂ ਨੂੰ ਹਰ ਤਰ੍ਹਾਂ ਤੋਂ ਐਜੂਕੇਟ ਕਰਨਾ ਹੈ। ਉਹਦਾ ਪਰਪਸ ਇਹ ਹੈ ਵੀ ਉਹ ਲੋਕਾਂ ਨੂੰ ਕੁਝ ਇਹੋ ਜਿਹੇ ਲਫ਼ਜ਼, ਇਹ ਵੋਕੈਬਲਰੀ ਕਿਸ ਤਰ੍ਹਾਂ ਇੰਪਰੂਵ ਹੁੰਦੀ ਹੈ, ਚਾਹੇ ਉਹ ਕਿਸੇ ਭਾਸ਼ਾ ਦੀ ਹੋਵੇ, ਉਹ ਤਦ ਹੀ ਹੁੰਦੀ ਹੈ ਜਦ ਤੁਹਾਡੀ ਰੀਡਰਸ਼ਿਪ, ਤੁਹਾਡੀ ਜਿਹੜਾ ਰੀਡਰ ਹੁੰਦਾ ਉਹ ਜਦ ਵੱਧ ਤੋਂ ਵੱਧ ਪੜ੍ਹਦਾ ਹੈ। ਡਿਸਟ੍ਰੀਬਿਊਸ਼ਨ ਦਾ ਕੀ ਸਿਸਟਮ ਹੈ ਤੁਹਾਡਾ, ਇਹਨੂੰ ਕਿਤਾਬ ਨੂੰ ਲੋਕ ਪਾਠਕਾਂ ਤੱਕ ਪਹੁੰਚਾਉਣ ਦਾ ਕੀ ਚੈਨਲ ਨੇ ਅੱਜ ਕੱਲ੍ਹ? ਸਰ ਚੈਨਲ ਤਾਂ ਇਸ ਤਰ੍ਹਾਂ ਹੈ ਵੀ ਕਿ ਸਾਡਾ ਇੰਨਾ ਪੁਰਾਣਾ ਪਬਲੀਕੇਸ਼ਨ ਹਾਊਸ ਹੈ, ਡਿਸਟ੍ਰੀਬਿਊਸ਼ਨ ਜਿੱਥੇ ਤੱਕ
ਸੀ 1940 ਚ ਜੀ ਮੇਰੇ ਗ੍ਰੈਂਡਫਾਦਰ ਜੀਵਨ ਸਿੰਘ ਨੇ ਕੀਤਾ। ਉਸ ਤੋਂ ਬਾਅਦ ਮੇਰੇ ਫਾਦਰ ਤਜਿੰਦਰ ਸਿੰਘ ਨੇ ਇਹਨੂੰ ਬਹੁਤ ਬਖੂਬੀ ਅੱਗੇ ਇਹਨੂੰ ਵਧਾਉਂਦੇ ਰਹੇ ਹੈ ਤੇ ਲਗਭਗ ਪਿਛਲੇ 15 ਕੁ ਸਾਲ ਤੱਕ ਮੈਂ ਤੀਜੀ ਪੀੜ੍ਹੀ ਹਾਂ ਜੀ। ਸੋ ਮੈਂ ਆਪਣੀ ਕੰਟਰੀਬਿਊਸ਼ਨ ਦੇ ਰਿਹਾ ਔਰ ਮੈਨੂੰ ਇਹ ਲੱਗਦਾ ਵੀ ਕਿਤਾਬਾਂ ਦਾ ਜਿਹੜਾ ਪਬਲੀਕੇਸ਼ਨ ਬਿਜ਼ਨਸ ਹੈ ਇਹ ਪੈਸ਼ਨ ਨਾਲ ਜੁੜਿਆ। ਅਗਰ ਤੁਸੀਂ ਇਹਨੂੰ ਪਿਓਰਲੀ ਵਪਾਰ ਦੇ ਪੱਖੋਂ ਤਾਂ ਮੁਨਾਫੇ ਨਾਲ ਸਿਰਫ ਦੇਖੋਗੇ ਫਿਰ ਤੁਸੀਂ ਪਬਲਿਸ਼ਰ ਨਹੀਂ ਹੋ ਸਕਦੇ, ਫਿਰ ਤੁਸੀਂ ਕੋਈ ਹੋਰ ਕੰਮ ਕਰ ਸਕਦੇ ਹੋ। ਸੋ ਇਹ ਇੱਕ ਪੈਸ਼ਨ ਹੈ, ਇੱਕ ਪੈਸ਼ਨ ਕਿਉਂਕਿ ਤੁਹਾਨੂੰ ਜਿਹੜੀ ਸੈਟਿਸਫੈਕਸ਼ਨ ਹੈ ਉਹ ਮੈਨੂੰ ਲੱਗਦਾ ਵੀ ਸਾਡੇ ਖੂਨ 'ਚ ਦੌੜਦੀ ਹੈ। ਉਹ ਮੇਰੇ ਗ੍ਰੈਂਡਫਾਦਰ ਤੋਂ ਮੇਰੇ ਵਿੱਚ ਆਈ ਹੈ। ਜਦ ਕਿਤਾਬ ਆਉਂਦੀ ਹੈ ਤਾਂ ਸਾਨੂੰ ਐਂ ਲੱਗਦਾ ਵੀ ਅਸੀਂ ਨਵਾਂ ਮੁੰਡਾ ਜੰਮ ਲਿਆ। ਸੋ ਪਰ ਹੁਣ ਇਹ ਹੈ ਵੀ ਸਮੇਂ ਨਾਲ ਲਗਭਗ ਸਾਡੀ ਹਰ ਮਹੀਨੇ 8 ਤੋਂ 10 ਨਵੀਆਂ ਕਿਤਾਬਾਂ ਆ ਰਹੀਆਂ ਤਾਂ ਸਮਝੋ 10 ਮੁੰਡੇ ਹਰ ਮਹੀਨੇ ਜੰਮ ਰਹੇ ਆ। ਤੇ ਜਿਵੇਂ ਡਿਜੀਟਲ ਵਰਸ਼ਨ ਜਿਵੇਂ ਅੱਜ ਕੱਲ੍ਹ ਆਉਂਦੇ ਨੇ ਕਿਤਾਬਾਂ ਦੇ ਐਮਾਜ਼ੋਨ ਤੇ ਹੋਰੇ, ਇਹਦਾ ਵੀ ਹੋਏਗਾ? ਨਹੀਂ, ਕਿੰਡਲ ਜਿਹੜਾ ਹੈ ਜੀ ਉਹ ਪੰਜਾਬੀ ਨੂੰ ਸਪੋਰਟ ਨਹੀਂ ਕਰਦਾ ਔਰ ਸਾਨੂੰ ਇਹ ਮੈਂ ਕਹਿਣਾ ਵੀ ਚਾਹੂੰਗਾ ਕਿ ਪਿਛਲੇ ਸਮੇਂ 'ਚ ਵੀ ਮੇਰੀ ਇੰਟਰਵਿਊਜ਼ ਹੁੰਦੀਆਂ ਰਹੀਆਂ ਤੇ ਜਦ ਕਿੰਡਲ ਦਾ ਇਨੀਸ਼ੀਅਲ ਲਾਂਚ ਹੋਇਆ ਤੇ ਲੋਕਾਂ ਨੇ ਬਹੁਤ ਕਿਹਾ ਸੀ ਵੀ ਰੀਡਰਸ਼ਿਪ ਕਲਚਰ ਖਤਮ ਹੋ ਜਾਏਗਾ, ਫਿਜ਼ੀਕਲ ਬੁੱਕਸ ਲੋਕ ਲੈਣਗੇ ਨਹੀਂ, ਲੋਕ ਤਾਂ ਕਿੰਡਲ ਤੇ ਪੜ੍ਹਨਗੇ। ਬਟ ਸਾਨੂੰ ਇੱਕ ਗੱਲ ਸਮਝਣ ਦੀ ਲੋੜ ਹੈ ਵੀ ਕਿੰਡਲ ਇੱਕ ਇਲੈਕਟ੍ਰੋਨਿਕ ਮੀਡੀਆ ਹੈ, ਉਹ ਇੱਕ ਮੋਬਾਈਲ ਵਾਂਗ ਹੈ। ਠੀਕ ਹੈ, ਤੁਸੀਂ ਉਹਦੀ ਲਾਈਟ ਘਟਾ ਵਧਾ ਸਕਦੇ ਹੋ, ਤੁਸੀਂ ਉਹਦਾ ਫੌਂਟ ਵੱਡਾ ਛੋਟਾ ਕਰ ਸਕਦੇ ਹੋ, ਬਟ ਜਿਹੜੀ ਉਹ ਰੂਹ ਦੀ ਜਿਹੜੀ ਸੈਟਿਸਫੈਕਸ਼ਨ ਹੈ, ਜਿਹੜੀ ਉਹ ਕਿਤਾਬ ਨੂੰ ਹੱਥ 'ਚ ਫੜ ਕੇ ਆਉਂਦੀ ਹੈ, ਉਹ ਮੈਨੂੰ ਲੱਗਦਾ ਨਹੀਂ ਕੋਈ ਹੋਰ ਪਰਪਸ ਨਾਲ ਸੋਲਵ ਹੋ ਸਕਦੀ ਹੈ। ਸੋ ਫਿਜ਼ੀਕਲ ਇਹਦਾ ਅਸੀਂ ਹਾਰਡ ਬਾਉਂਡ ਐਡੀਸ਼ਨ ਕੱਢਤਾ ਹੈ ਔਰ ਆਉਣ ਵਾਲੇ ਸਮੇਂ 'ਚ ਅਸੀਂ ਇਹਦਾ ਜਲਦੀ ਪੇਪਰਬੈਕ ਐਡੀਸ਼ਨ ਵੀ ਲੋਕਾਂ ਤੱਕ ਲੈ ਕੇ ਆਵਾਂਗੇ। ਮਤਲਬ ਥੋੜਾ ਕੀਮਤ ਘੱਟ ਹੋਈ? ਹਾਂ, ਕੀਮਤ ਕੰਪੈਰੀਟਿਵਲੀ ਥੋੜੀ ਜਿਹੀ ਘੱਟ ਹੋਏਗੀ ਔਰ ਮੈਨੂੰ ਲੱਗਦਾ ਪਰ ਵੈਸੇ ਵੀ ਅਸੀਂ ਕੀਮਤ ਇਹਦੀ ਕੰਪੈਰੀਟਿਵਲੀ ਬਹੁਤ ਘੱਟ ਰੱਖੀ ਜਿੱਥੇ ਤੱਕ ਇੰਗਲਿਸ਼ ਕਿਤਾਬ ਦਾ ਕੰਸਰਨ ਹੈ। ਸ਼ੁਕਰੀਆ ਜੀ, ਥੈਂਕ ਯੂ। ਹਾਂਜੀ, ਮੈਂ ਇਹਦਾ ਮੈਨੂੰ ਐਸ ਵੀ ਇਹਦਾ ਕੋਈ ਕਨਕਲੂਜਨ, ਕੋਈ ਸਬਕ ਵੀ ਹੈਗੇ ਤੁਸੀਂ ਸੁਜੈਸਟ ਕੀਤੇ ਇਹਦੇ 'ਚ, ਉਹ ਸਾਰੇ ਉਸ ਦੇ ਦੌਰ ਦੇ ਹੈ ਉਹ ਵੀ ਕੀਤਾ ਹੈ। ਤੇ ਜਿਹੜੀ ਉਦੋਂ ਬਾਅਦ ਦੀ ਪੋਲਿਟਿਕਸ ਹੈ ਉਹਦੇ ਤੇ ਇੰਪੈਕਟ ਵੀ? ਦੇਖੋ, ਪੰਜਾਬ ਦੇ ਵਿੱਚ ਅੱਜ ਵੀ ਇਹਦੀ ਸਿਆਸਤ ਚੱਲ ਰਹੀ ਹੈ। ਖਾਲਿਸਤਾਨ ਜਿਹੜਾ ਲਫ਼ਜ਼ ਹੈ ਇਹ ਹੁਣ ਪਰਮਾਨੈਂਟਲੀ ਪੰਜਾਬ ਦੀ ਸਿਆਸਤ ਦਾ ਹਿੱਸਾ ਬਣ ਗਿਆ, ਜੁੜ ਗਿਆ। ਮਤਲਬ ਇਹਨੂੰ ਮਨਫੀ ਨਹੀਂ ਕੀਤਾ ਜਾ ਸਕਦਾ, ਇਹਨੂੰ ਮਨਫੀ ਨਹੀਂ ਕੀਤਾ ਜਾ ਸਕਦਾ। ਤੁਹਾਡਾ ਮਤਲਬ ਇਹ ਹੈ? ਸਾਨੂੰ ਇੱਕ ਸਟੇਜ ਤੇ ਲੱਗਿਆ ਸੀ ਕਿ ਲੋਕ ਸ਼ਾਇਦ ਇਹ ਤੋਂ ਪਿੱਛੇ ਹਟ ਗਏ ਹੈ, ਲੇਕਿਨ ਸਰਕਾਰਾਂ ਨੇ ਜਿਸ ਢੰਗ ਨਾਲ ਮੁੜ ਕੇ ਇਸ ਇਸ਼ੂ ਨੂੰ ਐਂ ਹਵਾ ਬਣਾ ਕੇ ਪੇਸ਼ ਕੀਤਾ ਹੈ, ਭਾਵੇਂ ਗ੍ਰਾਸ ਰੂਟ ਤੇ ਕੁਝ ਨਾ ਹੋਵੇ, ਲੇਕਿਨ ਆਈਡੀਆ ਹੈ ਕੋਈ ਸੰਸਥਾਵਾਂ ਸ਼ਾਂਤਮਈ ਢੰਗ ਨਾਲ ਹਾਲੇ ਵੀ, ਮਤਲਬ ਅਨਇੰਟੈਂਸ਼ਨਲੀ ਜਾਂ ਇੰਟੈਂਸ਼ਨਲੀ? ਮੈਂ ਇਹਦੇ ਵਿੱਚ ਕੰਟਰੋਵਰਸੀ 'ਚ ਨਹੀਂ ਪੈਣਾ ਚਾਹੂੰਗਾ ਜੀ। ਹਾਂਜੀ, ਮਿਸ ਹੈਂਡਲ ਕੀਤਾ ਜਾਂ ਜਾਣ ਕੇ? ਨਹੀਂ, ਮੇਰੇ ਖਿਆਲ ਦੇ ਵਿੱਚ ਬੜੇ ਇੰਟਰਸਟ ਕੰਮ ਕਰ ਰਹੇ ਹੁੰਦੇ ਆ। ਮਸਲਨ ਮੈਂ ਇੱਕੋ ਗੱਲ ਕਰਦਾ, ਪੁਲਿਸ ਦਾ ਤੇ ਸਿਕਿਉਰਿਟੀ ਏਜੰਸੀ ਦਾ ਬੜਾ ਇੰਟਰਸਟ ਹੁੰਦਾ ਹੈ ਕਿ ਜਿਹੜੇ ਇਹੋ ਜਿਹੇ ਇਸ਼ੂਜ਼ ਹੈਗੇ ਉਹ ਬੜੇ ਰਹਿਣ, ਪੈਸਾ ਬੜਾ ਆਉਂਦਾ, ਤਰੱਕੀਆਂ ਬੜੀਆਂ ਆਉਂਦੀਆਂ, ਨੌਕਰੀਆਂ ਬੜੀਆਂ। ਪੰਜਾਬ ਪੁਲਿਸ ਦੇਖ ਲਓ ਵੀ ਕਿੰਨੀ ਵਧੀਆ, ਕਿੰਨਾ ਬਜਟ ਹੈ ਇਹਨਾਂ ਦਾ। ਸੋ ਇਹੋ ਜਿਹੇ ਇਸ਼ੂ ਚਲੋ ਛੋਟੇ ਹੈਗੇ ਆ, ਇਹ ਨੈਸ਼ਨਲ ਸਿਕਿਉਰਿਟੀ ਦੇ ਐਸਪੈਕਟ ਤੋਂ ਵੀ ਦੇਖਣਾ ਪੈਂਦਾ ਹੈ। ਸੋ ਇਸ਼ੂ ਵਿੱਚ ਖੜਾ ਹੈ। ਜਿਹੜੀ ਹੁਣ ਮੈਂ ਸ਼ੁਰੂ ਤੋਂ ਗੱਲ ਕੀਤੀ ਕਿ SYL ਦੇ ਮਾਮਲੇ ਨੂੰ ਦੁਬਾਰਾ ਹੁਣ ਫਿਰ ਹਵਾ ਮਿਲ ਗਈ, ਜਟਾਣਾ ਦੇ ਅਖੰਡ ਪਾਠ ਨਾਲ ਕੱਲ੍ਹ ਭੋਗ ਪੈਣਾ, ਇਸ਼ੂ ਲਾਈਵਲਾਈਟ ਦੇ ਵਿੱਚ ਫਿਰ ਆ ਗਿਆ। ਦੂਜੇ ਪਾਸੇ ਅਕਾਲੀ ਦਲ ਮੁੜ ਕੇ ਪੰਥਕ ਸਿਆਸਤ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਇਸ ਸਾਰੇ ਗੱਲ ਨੂੰ ਉਹਦੇ ਫਰੇਮਵਰਕ ਦੇ ਵਿੱਚ ਦੇਖਿਆ ਜਾਵੇ ਫਿਰ ਸਮਝ ਆਉਂਦੀ ਹੈ ਕਿ ਜਿਹੜੇ ਉਹ ਇਸ਼ੂ ਸੀ ਉਹ ਉੱਥੇ ਹੀ ਖੜੇ ਹੈ, ਅਤੇ ਜੇ ਅਕਾਲੀ ਦਲ ਔਰ ਸੈਂਟਰ ਨੇ ਟਾਈਮ ਸਿਰ ਉਹ ਇਸ਼ੂ ਹੈਂਡਲ ਕੀਤੇ ਹੁੰਦੇ ਤਾਂ ਸ਼ਾਇਦ ਹੁਣ ਤੱਕ ਕੁਛ ਨਾ ਕੁਛ ਪੋਜ਼ੀਟਿਵ ਉਹਦੀ ਆਊਟਕਮ ਹੋਣੀ ਸੀ। ਅੱਜ ਮੁਲਕ ਉੱਥੇ ਹੀ ਖੜਾ ਹੈ ਜਿੱਥੇ 1980 ਵਿੱਚ ਖੜਾ ਸੀ। ਮਤਲਬ ਜਿਹੜੀ ਕੰਪੀਟੀਟਿਵ ਪੋਲਿਟਿਕਸ ਦਾ ਉਸ ਵੇਲੇ ਦਾ ਜੋ ਰਿਜ਼ਲਟ ਨਿਕਲੇ, ਮਤਲਬ ਉਹ ਹੁਣ ਵੀ ਲੱਗਦਾ ਤੁਹਾਨੂੰ ਵੀ ਉਹਦੇ ਫੇਰ ਵੀ ਕਿਸੇ ਵੇਲੇ ਉਹਦਾ ਇਸੇ ਤਰ੍ਹਾਂ ਹੀ ਚੱਲ ਸਕਦੀ ਹੈ? ਮੈਂ ਇਹਦੀ ਰਿਵਾਈਵਲ ਹੁਣ ਰੂਲ ਆਊਟ ਨਹੀਂ ਕਰਦਾ, ਕਿਸੇ ਹੋਰ ਸ਼ੇਪ ਦੇ ਵਿੱਚ ਹੋਵੇ, ਜ਼ਰੂਰੀ ਨਹੀਂ ਕਿ ਵਾਇਲੈਂਟ ਸਟਰਗਲ ਹੀ ਹੋਵੇ, ਉਹਦੀ ਰੂਪ ਰੇਖਾ ਹੋਰ ਹੋ ਸਕਦੀ ਹੈ, ਲੇਕਿਨ ਉਹ ਨੈਰੇਟਿਵ ਮੇਨ ਸਟ੍ਰੀਮ ਦਾ ਪਾਰਟ ਦੁਬਾਰਾ ਫਿਰ ਬਣਦਾ ਜਾ ਰਿਹਾ। ਹਰ ਦੂਜੇ ਦਿਨ ਇਹ ਖਾਲਿਸਤਾਨ ਜਿਹੜਾ ਲਫ਼ਜ਼ ਹੈ ਇੱਕ ਤਾਂ ਅਖਬਾਰਾਂ ਛਪ ਜਾਂਦਾ ਹੈ। ਜੇ ਹੁਣ ਤੁਸੀਂ ਸਟੱਡੀ ਕਰੋ ਡਿਜੀਟਲ ਆਪਣੇ ਸੋਸ਼ਲ ਮੀਡੀਆ, ਟਵਿੱਟਰ ਖਾਸ ਕਰਕੇ, ਮਹੀਨੇ 'ਚ ਘੱਟੋ ਘੱਟ 2 ਦਿਨ ਖਾਲਿਸਤਾਨ ਟ੍ਰੈਂਡ ਕਰ ਰਿਹਾ ਹੁੰਦਾ ਲਫ਼ਜ਼। ਇਹ ਮੈਂ ਸਟੱਡੀ ਕਰ ਰਿਹਾ ਲਗਾਤਾਰ। ਸਿੱਖ ਖਾਲਿਸਤਾਨ ਟਵਿੱਟਰ 'ਤੇ ਲਗਾਤਾਰ ਟ੍ਰੈਂਡ ਕਰ ਰਿਹਾ ਹੈ ਔਰ ਬਹੁਤੀਆਂ ਉਹਦੀ ਜਿਹੜੀ ਪੋਸਟ ਹੁੰਦੀਆਂ ਉਹ ਨੈਗੇਟਿਵ ਹੁੰਦੀਆਂ। ਸੋ ਇਹ ਨੈਰੇਟਿਵ ਕਿਸੇ ਨਾ ਕਿਸੇ ਰੂਪ ਦੇ ਵਿੱਚ ਮੁੜ ਕੇ ਬਿਲਡ ਹੋ ਰਿਹਾ, ਚੈਲੰਜ ਖੜਾ ਹੈ।
ਇਹ ਕਿਤਾਬ ਜਿਹੜੀ ਆਈ ਹੈ ਖਾਲਿਸਤਾਨ ਸੰਘਰਸ਼ ਕਹਾਣੀ ਬਲਦੇ ਦਰਿਆਵਾਂ ਦੀ, ਮੈਨੂੰ ਲੱਗਦਾ ਹੈ ਕਿ ਇੱਕ ਤਾਂ ਉਹ ਪੀੜ੍ਹੀ ਹੈ ਸਾਡੀ, ਅਸੀਂ ਵੀ ਜੇ ਸ਼ਾਮਲ ਹਾਂ, ਜਿਹੜੇ ਅਸੀਂ ਉਸ ਦੌਰ ਨਾਲ ਵਾਬਸਤਾ ਰਹੇ ਹਾਂ, ਅਸੀਂ ਹੱਡੀ ਹੰਢਾਇਆ, ਅਤੇ ਉਹਨਾਂ ਵਾਸਤੇ ਵੀ ਇਹ, ਅਤੇ ਉਸ ਤੋਂ ਬਾਅਦ ਵਾਲੀ ਜਿਹੜੀ ਨਵੀਂ ਪੀੜ੍ਹੀ ਖਾਸ ਕਰਕੇ ਜਿਨ੍ਹਾਂ ਨੇ ਉਹ ਦੌਰ ਨਹੀਂ ਦੇਖਿਆ, ਉਹਨਾਂ ਵਾਸਤੇ ਜਿਵੇਂ ਇਹਨਾਂ ਨੇ ਕਿਹਾ ਕਿ ਇਹ ਰਿਸਰਚ ਖੋਜ ਕਰਕੇ ਦਸਤਾਵੇਜ਼ ਹੈਗੀ, ਡਾਕੂਮੈਂਟੇਸ਼ਨ ਹੈ, ਇੱਕ ਨਿਰਪੱਖ ਢੰਗ ਨਾਲ ਉਸ ਦੌਰ ਦੀ ਕੋਸ਼ਿਸ਼ ਕੀਤੀ ਜਾਏ, ਇੱਕ ਜਰਨਲਿਸਟ ਦੀ, ਇੱਕ ਪ੍ਰੋਫੈਸ਼ਨਲ ਜਰਨਲਿਸਟ ਦੀ ਨਜ਼ਰ 'ਚ ਕੀ ਕੁਛ ਸੀ ਉਹ। ਅਤੇ ਮੈਨੂੰ ਲੱਗਦਾ ਹੈ ਕਿ ਸਾਡੇ ਉਸ ਦੌਰ ਦੇ ਲੋਕਾਂ ਨੂੰ ਵੀ ਇਹ ਬਹੁਤ ਅੱਛਾ ਹੈਗੀ ਦਸਤਾਵੇਜ਼ ਕਹਿ ਸਕਦੇ ਹਾਂ ਅਸੀਂ ਇਹ। ਅਤੇ ਜਿਹੜਾ ਉਸ ਦੌਰ 'ਚ ਜਿਹੜਾ ਜਿਸ ਨਵੀਂ ਪੀੜ੍ਹੀ ਨੇ, ਜਿਹੜੀ ਉਮਰ ਦੇ ਲੋਕਾਂ ਨੇ ਉਸ ਦੌਰ ਨਹੀਂ ਦੇਖਿਆ, ਉਹਨਾਂ ਵਾਸਤੇ ਤਾਂ ਇਹ ਹੋਰ ਵੀ ਲਾਹੇਵੰਦ ਹੈ ਸਮਝਣ ਵਾਸਤੇ ਕਿ ਉਦੋਂ ਕੀ ਕੁਛ ਵਾਪਰਿਆ ਸੀ, ਕਿਵੇਂ ਵਾਪਰਿਆ ਸੀ। ਬਹੁਤ ਮਿਹਰਬਾਨੀ ਜੀ।